ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ਬਦ ਭੇਜਿਆ ਸੀ ਇੱਕ ਭੈਣ ਜੀ ਨੇ, ਉਹਨਾਂ ਨੇ ਤੇ ਹਾਲਾਂਕਿ ਪਹਿਲਾਂ ਹੀ ਉਹ ਪੜ੍ਹਿਆ ਸੀ, ਸੁਣਿਆ ਸੀ, ਪਰ ਇੱਕ ਹੁੰਦਾ ਨਾ ਕਿ ਗੁਰੂ ਸਾਹਿਬ ਕੋਈ ਇਸ਼ਾਰਾ ਬਖਸ਼ਦੇ ਆ ਤੇ ਕਿਸੇ ਰਾਹੀਂ ਉਹਨਾਂ ਨੇ ਕੁਝ ਦੇਣਾ ਹੁੰਦਾ ਤੇ ਸੰਗਤ ਵੱਲੋਂ ਇਹ ਹੁਕਮ ਹੋਇਆ ਕਿ ਇਹ ਵਾਲੇ ਸ਼ਬਦ ਦਾ ਗੁਣਗਾਨ ਕਰੀਏ, ਉਹਦੀ ਇਸ ਸ਼ਬਦ ਦੇ ਰਾਹੀਂ ਉਹਦੀ ਵਡਿਆਈ ਕਰੀਏ। ਸ਼ਬਦ ਬਹੁਤ ਹੀ ਪਿਆਰਾ, ਬਹੁਤ ਹੀ ਪਿਆਰਾ। ਕੈਰੀ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ, ਕਿਸ ਪੈ ਖੋਲੂੰ ਗੰਠੜੀ ਦੁਖੀ ਪਰ ਆਇਆ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਜਿਸ ਲੈਵਲ ਤੇ ਜਾ ਕੇ ਇਹ ਪੰਕਤੀਆਂ ਉਚਾਰੀਆਂ ਗਈਆਂ, ਥੋੜੀ ਜਿਹੀ ਉਹਦੀ ਗੱਲਬਾਤ ਕਰ ਲਈਏ, ਥੋੜਾ ਜਿਹਾ ਉਸ ਬਾਰੇ ਗੱਲਬਾਤ ਕਰੀਏ ਪਹਿਲਾਂ, ਫਿਰ ਸ਼ੁਰੂਆਤ ਕਰਦੇ ਹਾਂ। ਇਹ ਜਿਹੜੀ ਅਵਸਥਾ ਹੈ ਨਾ, ਜਿੱਥੇ ਕਹਿ ਰਹੀ ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਦੇਸ਼ ਪਰਾਇਆ ਕਿਉਂ ਲੱਗ ਰਿਹਾ ਉਹਨੂੰ? ਕਿਉਂਕਿ ਮਨ ਪਰਦੇਸੀ ਆ। ਮਨ ਪਰਦੇਸੀ ਜੇ ਥੀਏ, ਆਪ ਕਿਤੇ ਹੋ ਰਿਹਾ ਤੇ ਮਨ ਕਿਤੇ ਹੋ ਰਿਹਾ। ਕਦੇ ਕਦੇ ਦੇਖਦੇ ਆ ਨਾ ਕਿ ਅਸੀਂ ਗੁਰਦੁਆਰੇ ਆ ਪਰ ਮਨ ਕਿਸੇ ਹੋਰ ਦੁਆਰੇ ਆ, ਗੁਰੂਦੁਆਰੇ ਨਹੀਂ ਆ। ਗੁਰੂਦੁਆਰਾ ਕੀ ਹੁੰਦਾ? ਗੁਰੂ ਦੇ ਆਸ-ਪਾਸ ਰਹਿਣਾ ਹੀ ਗੁਰੂਦੁਆਰਾ, ਗੁਰੂ ਦੇ ਦੁਆਰੇ ਰਹਿਣਾ ਗੁਰਦੁਆਰਾ ਹੈ। ਪਰ ਮਨ ਗੁਰਦੁਆਰੇ ਨਹੀਂ ਆ, ਮਨ ਕਿਤੇ ਹੋ ਰਿਹਾ। ਜ਼ੁਬਾਨ ਜਿਹੜੀ ਆ ਉਹ ਜਪ ਰਹੀ ਆ ਤੇ ਮਨ ਪਰਦੇਸੀ ਹੋਇਆ ਪਿਆ। ਪਤਾ ਨਹੀਂ ਕਿੱਥੇ ਕਿੱਥੇ ਘੁੰਮ ਕੇ ਆ ਜਾਂਦਾ, ਰਿਸ਼ਤੇਦਾਰਾਂ 'ਚ, ਯਾਰੀਆਂ ਦੋਸਤੀਆਂ 'ਚ। ਕਿਤੇ ਕੋਈ ਧੱਕਾ ਵੱਜਿਆ ਹੋਵੇ ਉਸ ਪਲ 'ਚ, ਕਦੀ ਕਿਸੇ ਨੇ ਕੋਈ ਦੁਨਿਆਵੀ ਖੁਸ਼ੀ ਬਖਸ਼ੀ ਹੋਵੇ, ਕਿਸੇ ਨੇ ਕੋਈ ਉਸਤਤ ਕੀਤੀ ਹੋਵੇ, ਕਦੀ ਉਸ 'ਚ, ਕਦੀ ਕਿਸੇ ਦੀਆਂ ਚੰਗਿਆਈਆਂ ਫੋਲਦਾ, ਕਦੇ ਬੁਰਾਈਆਂ ਫੋਲਦਾ। ਇਹਦੀ ਇੰਨੀ ਲੰਬੀ ਸੁਰਤ ਆ ਨਾ, ਇਹਦੀ ਮਾਪੀ ਨਹੀਂ ਜਾ ਸਕਦੀ। ਇੱਕ ਸੈਕਿੰਡ 'ਚ ਹੀ ਕਿਤੇ, ਇੱਕ ਸੈਕਿੰਡ 'ਚ ਹੀ ਕਿਤੇ ਪਰਦੇਸੀ ਆ, ਘੁੰਮਦਾ ਰਹਿੰਦਾ, ਪਰਦੇਸ 'ਚ ਰਹਿੰਦਾ ਜ਼ਿਆਦਾਤਰ। ਆਪਣੇ ਦੇਸ਼ 'ਚ ਕੀ ਹੋ ਰਿਹਾ ਇਹਨੂੰ ਸਮਝ ਨਹੀਂ ਆ ਰਹੀ। ਪਰ ਵੇਖੋ ਅਸਚਰਜ, ਇਹਨੂੰ ਪਤਾ ਸਾਰਾ ਕੁਛ ਹੈ, ਸਭ ਪਤਾ ਲੱਗ ਰਿਹਾ ਕੀ ਹੋ ਰਿਹਾ। ਮਨ ਪਰਦੇਸੀ ਜੇ ਥੀਏ ਸਭ ਦੇਸ਼ ਪਰਾਇਆ। ਕਿਉਂਕਿ ਇਹ ਜਿਹੜੀ ਸਮਝ ਹੈ ਨਾ, ਜਿਹੜੀ ਸਮਝ ਆ, ਜਿੱਥੇ ਇਹਨੂੰ ਸਭ ਦੇਸ਼ ਪਰਾਇਆ ਲੱਗ ਰਿਹਾ, ਭਾਵੇਂ ਮਾਇਆ 'ਚ ਗਲਤਾਨ ਆ, ਭਾਵੇਂ ਇਹਦਾ ਵਸ ਨਹੀਂ ਆ, ਪਰ ਇਹਨੂੰ ਪਤਾ ਆ ਕਿ ਇਹ
ਮੇਰਾ ਰਾਹ ਨਹੀਂ ਆ, ਉਹਦੇ ਤੇ ਜੋ ਬੀਤ ਰਹੀ ਆ ਉਹ ਉਹਦੇ ਚ ਭਾਵੇਂ ਦੁਖੀ ਆ, ਉਹਨੂੰ ਪਤਾ ਹੈ ਮੈਂ ਕਿਉਂ ਦੁਖੀ ਆ। ਮੇਰਾ ਆਪਣੇ ਪ੍ਰੀਤਮ ਤੋਂ ਥੋੜਾ ਵਿਛੋੜਾ ਚੱਲ ਰਿਹਾ ਹਨਾ। ਅੱਜ ਪ੍ਰੇਮ ਨਹੀਂ ਆ, ਅੱਜ ਉਹ ਰੰਗ ਨਹੀਂ ਆ, ਅੱਜ ਥੋੜਾ ਜਿਹਾ ਆਪਣੇ ਮਾਰਗ ਤੋਂ ਭਟਕੀ ਆ ਤੇ ਉਹਨੂੰ ਦੇਸ ਪਰਾਇਆ ਲੱਗ ਰਿਹਾ। ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ, ਕਿਸ ਪੇ ਖੋਲੂੰ ਗੰਠੜੀ, ਕਿਸ ਪੈ ਖੋਲੂੰ ਗੰਠੜੀ, ਦੁੱਖ ਹੀ ਭਰਿਆ ਆ। ਹੁਣ ਥੋੜਾ ਜਿਹਾ ਸੋਚੀਏ, ਇੱਕ ਪੁੱਤਰ ਆ ਛੋਟਾ ਜਿਹਾ, ਜਾਂ ਕਹਿ ਲਓ ਇੱਕ ਧੀ ਆ। ਉਹ ਧੀ ਜਿਹੜੀ ਆ ਆਪਣੀ ਮਾਂ ਦੇ ਨਾਲ ਮੇਲਾ ਦੇਖਣ ਗਈ ਕੋਈ। ਇਹ ਮਸਕੀਨ ਜੀ ਵੀ ਸੁਣਾਉਂਦੇ ਹੁੰਦੇ ਕਦੀ ਕਦੀ। ਤੇ ਤੁਸੀਂ ਸੋਚਿਓ ਕਿ ਉਹ ਮੇਲੇ ਦੇ ਵਿੱਚ ਬਹੁਤ ਚਹਿਲ ਪਹਿਲ ਆ, ਬਹੁਤ ਜ਼ਿਆਦਾ। ਕੋਈ ਆ ਰਿਹਾ ਆ ਮੇਲਾ ਦੇਖਣ, ਕੋਈ ਮੇਲਾ ਦੇਖ ਕੇ ਵਾਪਸ ਮੁੜ ਰਿਹਾ ਆ, ਪਰ ਉਹ ਚਹਿਲ ਪਹਿਲ ਖਤਮ ਨਹੀਂ ਹੋ ਰਹੀ। ਉੱਦਾਂ ਹੀ ਜਗਮਗਾ ਰਿਹਾ ਆ ਮੇਲਾ, ਬਹੁਤ ਸਾਰੀਆਂ ਲੈਣ ਵਾਲੀਆਂ ਚੀਜ਼ਾਂ, ਸਜਾਵਟਾਂ, ਬਹੁਤ ਕੁਝ ਭਰਿਆ ਪਿਆ ਆ। ਖਾਣ ਵਾਲੀਆਂ ਚੀਜ਼ਾਂ, ਪਹਿਨਣ ਵਾਲੀਆਂ ਚੀਜ਼ਾਂ, ਹਰ ਇੱਕ ਚੀਜ਼ ਉੱਥੇ ਮੌਜੂਦ ਆ। ਖਾਣ ਵਾਲੀ ਤੋਂ ਲੈ ਕੇ ਸੁੱਖ ਦੇ ਸਾਧਨ, ਹਰ ਇੱਕ ਚੀਜ਼ ਉੱਥੇ ਮੌਜੂਦ ਆ। ਤੇ ਉਹ ਜਿਹੜੀ ਧੀ ਆ, ਉਹ ਇਸ ਪੂਰੇ ਵਰਤਾਰੇ ਨੂੰ ਦੇਖ ਕੇ ਆਨੰਦ ਲੈ ਰਹੀ ਆ, ਕਦੇ ਹੈਰਾਨ ਹੋ ਰਹੀ ਆ। ਕੁਝ ਚੀਜ਼ਾਂ ਨੇ ਜਿਹੜੀਆਂ ਉਹਨੇ ਪਹਿਲੀ ਵਾਰੀ ਦੇਖੀਆਂ, ਸੋ ਬਾਰ-ਬਾਰ ਪੁੱਛ ਰਹੀ ਹੈ ਕਿ ਮਾਤਾ ਜੀ ਉਹ ਕੀ ਆ, ਇਹ ਕੀ ਆ। ਸੋ ਇਹ ਸਭ ਚੱਲ ਰਿਹਾ ਤੇ ਇੱਕਦਮ ਉਸ ਭੀੜ ਚ ਮਾਂ ਦੇ ਹੱਥ ਨਾਲੋਂ ਉਹਦਾ ਹੱਥ ਵਿਛੜ ਜੇ। ਉਹਨੂੰ ਹੁਣ ਪਤਾ ਨਹੀਂ ਲੱਗ ਰਿਹਾ ਕਿ ਮੇਰੀ ਮਾਂ ਕਿੱਥੇ ਆ। ਇੱਕ ਸੈਕਿੰਡ 'ਚ ਸਾਰਾ ਵਰਤਾਰਾ, ਇਹ ਸਾਰੀ ਚਹਿਲ ਪਹਿਲ ਉਹਦੇ ਲਈ ਜ਼ਹਿਰ ਬਣ ਜਾਂਦੀ ਆ। ਇੱਕ ਸੈਕਿੰਡ 'ਚ ਬਸ ਹੱਥ ਛੁੱਟਣ ਦੀ ਦੇਰ ਹੈ। ਹੁਣ ਤੁਸੀਂ ਇਮੈਜਿਨ ਕਰੋ, ਉਹ ਧੀ ਜਿਹੜੀ ਛੁੱਟ ਗਈ ਆਪਣੀ ਮਾਂ ਤੋਂ ਇਸ ਪੂਰੇ ਮੇਲੇ ਦੇ ਵਿੱਚ, ਜਿੱਥੇ ਉਹਦਾ ਕੋਈ ਨਹੀਂ, ਤੇ ਇੱਥੇ ਵੀ ਉਹੀ ਰੂਹ ਆ ਰਹੀ ਆ ਵੀ ਕਿਸ ਪੈ ਖੋਲੂੰ ਗੰਠੜੀ, ਦੁੱਖ ਹੀ ਭਰਿਆ ਆ। ਕਿਹਨੂੰ ਦੱਸਾਂ ਮੈਂ ਆਪਣੇ ਮਨ ਦੀ ਹਾਲਤ। ਉਹ ਕਹਿ ਰਹੀ ਹੈ ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ। ਜਦੋਂ ਤੱਕ ਹੱਥ 'ਚ ਮਾਂ ਦਾ ਹੱਥ ਸੀਗਾ, ਸਾਰੀ ਚਹਿਲ ਪਹਿਲ ਦਿਖ ਰਹੀ ਸੀ। ਇੱਕ ਸੈਕਿੰਡ ਲੱਗਿਆ ਤੇ ਇਹੀ ਸਭ ਕੁਝ ਪਰਾਇਆ ਹੋ ਗਿਆ। ਉਹਨੂੰ ਪਤਾ ਆ ਇਹ ਮੇਰੀ ਦੁਨੀਆ ਨਹੀਂ ਆ। ਮੇਰੀ ਦੁਨੀਆ ਉਹੀ ਆ ਕਿ ਮੈਂ ਗੁਰੂ ਨਾਲ ਰਵਾਂ, ਗੁਰੂ ਮੇਰਾ ਹੱਥ ਫੜੇ, ਫੇਰ ਹੀ ਮੇਰੇ लिए ਇਹ ਸਾਰੀ ਕਾਇਨਾਤ ਜਿਹੜੀ ਆ ਉਹ ਸੁਹਾਵਣੀ ਲੱਗੂਗੀ, ਜੇ ਗੁਰੂ ਮੇਰੇ ਨਾਲ ਆ। ਤੇ ਜੇ ਗੁਰੂ ਹੀ ਮੇਰੇ ਨਾਲ ਨਹੀਂ ਆ, ਜਾਂ ਕਹਿ ਲਓ ਕਿ ਮੇਰੀ ਹੀ ਉਹ ਅਵਸਥਾ ਨਹੀਂ ਹੈ ਜਿੱਥੇ ਮੈਂ ਭਟਕ ਜਾਂਦਾ ਹੈ ਜਾਂ ਮੈਂ ਭਟਕ ਜਾਂਦੀ ਹਾਂ, ਫਿਰ ਇਹ ਸਾਰਾ ਕੁਛ ਉਹਨੂੰ ਪਰਾਇਆ ਲੱਗਣਾ ਸ਼ੁਰੂ ਹੋ ਜਾਂਦਾ ਹੈ। ਪਰ ਨਾ ਇੱਥੇ ਬਹੁਤ ਹੀ ਸੋਹਣੀ ਖੇਡ ਹੈ ਗੁਰੂ ਸਾਹਿਬ ਦੀ।
ਇੱਥੇ ਦੋ ਤਰ੍ਹਾਂ ਦੀਆਂ ਬਿਰਤੀਆਂ ਨੇ, ਧਿਆਨ ਨਾਲ ਸੁਣਨਾ। ਇੱਕ ਉਹ ਬਿਰਤੀ ਆ ਜਿਹਨੂੰ ਮੇਲੇ ਦੇ ਵਿੱਚ ਹੱਥ ਜੁੱਟਣ ਦੀ ਕੋਈ ਪਰਵਾਹ ਨਹੀਂ, ਉਹ ਮੇਲੇ ਦੇ ਰੰਗਾਂ ਦੇ ਵਿੱਚ ਗਲਤਾਨ ਆ, ਉਹ ਇਸ ਮਾਇਆ 'ਚ ਪੂਰੀ ਇੱਕਮਿਕ ਆ। ਉਹਨੂੰ ਇਹ ਲੁਭਾਵਣੀਆਂ ਖੇਡਾਂ ਚੰਗੀਆਂ ਲੱਗ ਰਹੀਆਂ, ਉਹਨੂੰ ਪਤਾ ਹੀ ਨਹੀਂ ਕਿ ਮੇਰਾ ਹੱਥ ਛੁੱਟ ਚੁੱਕਿਆ ਹੈ ਤੇ ਇਹ ਮੇਲਾ ਬੰਦ ਹੋ ਜਾਣਾ, ਇਹ ਸਦਾ ਨਹੀਂ ਰਹਿਣਾ, ਇਹ ਖਤਮ ਹੋ ਜਾਣਾ ਮੇਲਾ, ਉਹਨੂੰ ਪਤਾ ਨਹੀਂ ਚੱਲ ਰਿਹਾ। ਜਿਹਦੀ ਇਹ ਵਾਲੀ ਬਿਰਤੀ ਆ ਨਾ, ਉੱਥੇ ਬਹੁਤ ਵੱਡੀ ਤਰਾਸਦੀ ਆ ਰੂਹ ਲਈ। ਉਹ ਆਪਣਾ ਟਾਰਗੇਟ ਭੁੱਲ ਗਈ, ਉਹ ਭੁੱਲ ਗਈ ਪ੍ਰਾਣੀ ਤੋਂ ਆਇਆ ਲਾਹਾ ਲੈਣ, ਉਹ ਭੁੱਲ ਗਈ। ਪਰ ਜਿਹਨੂੰ ਇਹ ਤੁਕ ਯਾਦ ਆ ਨਾ, ਜਿਹਨੂੰ ਆਪਣਾ ਜੀਵਨ ਯਾਦ ਆ, ਜਿਹਨੂੰ ਆਪਣੀ ਮੌਤ ਯਾਦ ਆ, ਜਿਹਨੂੰ ਇਹ ਪਤਾ ਆ ਕਿ ਬਿਨਾਂ ਗੁਰੂ ਦਾ ਪੱਲਾ ਫੜਿਆ ਮੇਰਾ ਕੁਛ ਨਹੀਂ ਆ, ਇਹ ਸਾਰੇ ਮੇਲੇ ਝੂਠੇ ਆ, ਇਹ ਉਹੀ ਗਾ ਸਕਦੀ ਵੀ ਮਨ ਪਰਦੇਸੀ ਜੇਥੀਏ ਸਭ ਦੇਸ਼ ਪਰਾਇਆ, ਕਿਸ ਪੈ ਖੋਲੂ ਗੰਠੜੀ ਦੁਖੀ ਭਰਿਆ। ਉਹਨੂੰ ਨਹੀਂ ਲੁਭਾ ਰਿਹਾ ਕੁਛ, ਉਹਨੂੰ ਤੇ ਬਸ ਗੁਰੂ ਚਾਹੀਦਾ ਹੈ। ਉਹਨੂੰ ਕੁਛ ਨਹੀਂ ਦਿਸ ਰਿਹਾ, ਲੋਕਾਂ ਦੇ ਖੇੜੇ ਨਹੀਂ ਦਿਖ ਰਹੇ, ਲੋਕਾਂ ਦੀਆਂ ਮੌਜ ਮਸਤੀਆਂ ਨਹੀਂ ਦਿਖ ਰਹੀਆਂ ਉਹਨੂੰ, ਉਧਰ ਧਿਆਨ ਹੀ ਨਹੀਂ ਜਾ ਰਿਹਾ। ਇਸੇ ਲਈ ਇਹ ਸੰਸਾਰ ਫਿਰ ਉਹਨੂੰ, ਉਹ ਫਿਰ ਨਿਰਾਸ਼ ਰਹਿੰਦਾ ਹੈ। ਨਿਰਾਸ਼ ਦਾ ਮਤਲਬ ਇਹ ਨਹੀਂ ਕਿ ਜਦੋਂ ਤੱਕ ਗੁਰੂ ਦੇ ਨਾਲ ਆ ਉਦੋਂ ਹੀ ਉਹਦੇ ਲਈ ਸੁੱਖ ਆ, ਗੁਰੂ ਹੀ ਉਹਦਾ ਸੁੱਖ ਹੈ ਤੇ ਗੁਰੂ ਹੀ ਉਹਦਾ ਦੁੱਖ ਹੈ, ਗੁਰੂ ਦਾ ਵਿਛੋੜਾ ਹੀ ਉਹਦਾ ਦੁੱਖ ਹੈ। ਹੋਰ ਦੁਨੀਆ ਦੀ ਕੋਈ ਘਟਨਾ ਉਹਨੂੰ ਦੁਖੀ ਨਹੀਂ ਕਰ ਸਕਦੀ, ਕੋਈ ਨਹੀਂ ਦੁਖੀ ਕਰ ਸਕਦੀ। ਸੋਚੋ, ਜੇ ਉਸ ਧੀ ਦਾ ਹੱਥ ਉਹਦੀ ਮਾਂ ਦੇ ਹੱਥ 'ਚ ਟਿਕਿਆ ਰਹਿੰਦਾ ਤੇ ਜੇ ਉਹ ਮੇਲਾ ਖਤਮ ਵੀ ਹੋ ਜਾਂਦਾ ਤੇ ਉਹਨੂੰ ਕੋਈ ਪਰਵਾਹ ਨਹੀਂ ਸੀ ਰਹਿਣੀ, ਉਹਨੇ ਚੁੱਪਚਾਪ ਆਪਣੀ ਮਾਂ ਦੇ ਨਾਲ ਘਰੇ ਚਲ ਜਾਣਾ ਸੀ। ਤੇ ਇੱਕ ਉਹ ਧੀ ਆ ਜਿਹਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਤੇ ਮਾਂ ਦੇ ਨਾਲ ਆਈ ਸੀ ਇਸ ਕਾਇਨਾਤ 'ਚ, ਇਸ ਮੇਲੇ 'ਚ, ਤੇ ਉਹਨੂੰ ਪਤਾ ਹੀ ਨਹੀਂ ਹੈ ਕਿ ਮੇਰੀ ਮਾਂ ਤੇ ਵਿਛੜ ਚੁੱਕੀ ਆ। ਤੇ ਉਹ ਮੇਲਾ ਜਦੋਂ ਹੁਣ ਪੈਕਅਪ ਹੋਊਗਾ, ਉਹ ਮੇਲਾ ਜਦੋਂ ਖਤਮ ਹੋਊਗਾ, ਫਿਰ ਉਹਦੇ ਪੱਲੇ ਕੁਛ ਨਹੀਂ ਰਹਿਣਾ। ਨਾਸਵਾਨ ਚੀਜ਼ਾਂ ਜਾਣ ਲੱਗਿਆਂ ਸਮਾਂ ਨਹੀਂ ਲੱਗਦਾ, ਫਿਰ ਪਛਤਾਊਗੀ ਜਦੋਂ ਇਹ ਸਵਾਸ ਪੂਰੇ ਹੋ ਜਾਣੇ, ਜਦੋਂ ਲੇਖਾ ਪੜ੍ਹਿਆ ਜਾਊਗਾ, ਜਦੋਂ ਇਹ ਮੇਲਾ ਖਤਮ ਹੋ ਜਾਣਾ, ਉਦੋਂ ਸਿਰਫ ਪਛਤਾਵਾ ਪੱਲੇ ਰਹਿ ਜਾਣਾ। ਤੇ ਜਿਹਨੂੰ ਇਹ ਪਤਾ ਹੈ ਨਾ ਕਿ ਮੇਰਾ ਹੱਥ ਛੁੱਟ ਚੁੱਕਿਆ ਆ, ਉਹਨੂੰ ਮੇਲਾ ਨਹੀਂ ਪਾਉਂਦਾ ਫਿਰ, ਭਾਵੇਂ ਵਿਛੜੀ ਆ, ਪਰ ਉਹਦਾ ਧਿਆਨ ਉੱਥੇ ਹੀ ਆ, ਧਿਆਨ ਨਹੀਂ ਇੱਧਰ ਉੱਧਰ ਹੋਇਆ, ਧਿਆਨ ਆਪਣੇ ਗੁਰੂ 'ਚ ਹੀ ਆ। ਜਦੋਂ ਉਹ ਹੱਥ ਫੜ ਲੈਂਦਾ ਆ, ਉਦੋਂ ਉਹਦੇ ਨਾਲ ਪ੍ਰੇਮ 'ਚ ਗਾਉਂਦੀ ਆ, ਪ੍ਰੇਮ 'ਚ ਰਹਿੰਦੀ ਆ, ਤੇ ਜਦੋਂ ਹੱਥ ਛੁੱਟ ਜਾਂਦਾ ਆ ਫਿਰ ਉਹਦੀ ਤਾਂਘ 'ਚ ਰਹਿੰਦੀ ਆ, ਫਿਰ ਅਰਦਾਸਾਂ 'ਚ ਰਹਿੰਦੀ ਆ। ਗੁਰੂ ਕੋਲੋਂ ਮਿਲਿਆ ਸੁੱਖ ਤੇ ਗੁਰੂ ਕੋਲੋਂ ਮਿਲਿਆ ਦੁੱਖ, ਦੋਨਾਂ 'ਚ ਹੀ ਨਾਮ ਆ। ਸੰਸਾਰ ਤੋਂ ਮਿਲਿਆ ਦੁੱਖ ਤੇ ਸੰਸਾਰ ਤੋਂ ਮਿਲਿਆ ਸੁੱਖ, ਦੋਨਾਂ 'ਚ ਹੀ ਕੂੜ ਹੈ। ਸੰਸਾਰੀ ਦੁੱਖ ਹੈ ਹੀ ਨਹੀਂ, ਸੰਸਾਰੀ ਸੁੱਖ ਹੈ ਹੀ ਨਹੀਂ, ਸਭ ਭਰਮ ਹੈ। ਮਨ ਪਰਦੇਸੀ ਜੇ ਥੀਏ ਸਭ ਦੇਸ ਪਰਾਇਆ,
किस पै खोलूं गंठड़ी दुखी भरिया आ। ਹੁਣ ਉਹ ਮੇਲੇ 'ਚ ਪੁੱਛਦੀ ਫਿਰਦੀ, ਤੁਸੀਂ ਮੇਰੀ ਮਾਂ ਨੂੰ ਦੇਖਿਆ? ਉਹਨਾਂ ਨੂੰ ਕੀ ਪਤਾ ਇਹਦੀ ਮਾਂ ਕੌਣ ਆ, ਇਹ ਕੌਣ ਆ। ਕਿਸ ਪੈ ਖੋਲੂੰ ਗੰਠੜੀ ਦੁਖੀ ਭਰਿਆ ਆ। ਅਭਿਆਸੀ ਰੂਹ ਨੂੰ ਵੀ ਪਤਾ ਮੈਂ ਕਿੱਥੇ ਜਾਵਾਂ, ਕਿਹਨੂੰ ਪੁਕਾਰ ਕਰਾਂ, ਇਹ ਸਾਰੇ ਇੱਕੋ ਜਿਹੇ ਨੇ, ਮੈਨੂੰ ਪਤਾ ਦੱਸਣ ਵਾਲਾ ਕੋਈ ਨਹੀਂ ਆ। ਇਸੇ ਲਈ ਉਹ ਪਿਆਰਿਆਂ ਦੇ ਨਾਲ ਸਾਂਝ ਪਾਉਂਦੀ ਆ, ਉਸ ਸੰਗਤ ਦੇ ਵਿੱਚ ਰਹਿੰਦੀ ਆ ਜਿੱਥੇ ਮੇਰਾ ਮੇਲ ਫੇਰ ਹੋ ਜਾਵੇ, ਫੇਰ ਅੰਮ੍ਰਿਤ ਵੇਲੇ ਉੱਠਿਆ ਕਰ, ਫੇਰ ਬਾਣੀ ਦੇ ਪ੍ਰਵਾਹ ਚਲਾਵਾਂ, ਫੇਰ ਹਰ ਵੇਲੇ ਸਿਮਰਨ 'ਚ ਰਵਾਂ। ਉਹਦੀ ਤਾਂਘ ਹਮੇਸ਼ਾ ਇਹੀ ਰਹਿੰਦੀ ਹੈ। ਮੇਲੇ ਨਹੀਂ ਪਾਉਂਦੇ ਉਹਨੂੰ, ਭਾਵੇਂ ਵਿਛੜ ਜਾਵੇ ਗੁਰੂ ਤੋਂ। ਕੁਛ ਪਲ ਲਈ ਬਿਰਤੀ ਇੱਧਰ ਉੱਧਰ ਹੋ ਸਕਦੀ ਆ, ਸਭ ਦੀ ਹੋ ਜਾਂਦੀ, ਪਰ ਉਹਦੀ ਤਾਂਘ ਹਮੇਸ਼ਾ ਗੁਰੂ ਹੀ ਰਹਿੰਦਾ। ਇਹ ਅਭਿਆਸੀ ਦੀ ਨਿਸ਼ਾਨੀ ਹੈ। ਜੇ ਮਾਇਆ ਘਰ ਕਰ ਵੀ ਗਈ ਆ, ਮਾਇਆ ਨੇ ਫੜ ਲਿਆ ਆ ਕਿਸੇ ਦਿਨ, ਤੇ ਵਿਛੋੜਾ ਉੱਥੇ ਵੀ ਨਹੀਂ ਆ, ਭਾਵੇਂ ਵਿਛੜੀ ਆ ਕੁਛ ਪਲ ਲਈ, ਪਰ ਗੁਰੂ ਛੱਡਦਾ ਨਹੀਂ ਜਦੋਂ ਇੱਕ ਵਾਰੀ ਆਪਣਾ ਕਰ ਲਵੇ। ਠੀਕ ਹੈ, ਉਤਾਰ ਚੜਾਵ ਆਉਂਦੇ ਰਹਿੰਦੇ ਆ, ਪਰ ਇਹ ਸੋਚੋ ਕਿ ਵਿਛੜ ਕੇ ਵੀ ਵਿਛੜੀ ਨਹੀਂ। ਧਿਆਨ ਤੇ ਗੁਰੂ 'ਚ ਹੀ ਆ ਵੀ ਕਦੋਂ ਆਏਗਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਦੁਖੀ ਭਰਿਆ ਆ ਜਗਤ ਸਵਾਇਆ, ਕੌਣ ਜਾਣੈ ਬਿਦ ਮੇਰੀਆ। ਆਵਣ ਜਾਵਣੇ ਖਰੇ ਡਰਾਵਣੇ, ਟੋਟ ਨਾ ਆਵੈ ਫੇਰੀਆ। ਦੁਖੀ ਭਰਿਆ ਆ ਜਗਤ ਸਵਾਇਆ, ਕੌਣ ਜਾਣੈ ਬਿਦ ਮੇਰੀਆ। ਬਾਬਾ ਫਰੀਦ ਨੂੰ ਪੁੱਛੇ ਕੋਈ, ਇਹ ਤੜਪ ਕੀ ਹੁੰਦੀ ਹੈ ਵਿਛੋੜੇ ਦੀ। ਕਿਉਂਕਿ ਸੱਚ ਅੰਦਰ ਘਰ ਕਰ ਚੁੱਕਿਆ, ਪਤਾ ਆ ਇੱਥੇ ਕੋਈ ਨਹੀਂ ਹੈ, ਸਭ ਪਤਾ ਆ, ਸਭ ਭਰਮ ਆਏ। ਸੱਚ ਨੂੰ ਅੰਦਰ ਹੋਰ ਜ਼ਿਆਦਾ ਸੱਚ ਦੇ ਨਾਲ ਰਹਿਣ ਲਈ ਹੀ ਕਰਮ ਕਰਨ ਲੱਗ ਗਈ ਆ। ਪਤਾ ਹੈ ਸੰਸਾਰ 'ਚ ਹੁਣ ਕੋਈ ਨਹੀਂ ਹੈ, ਕੋਈ ਹੈ ਹੀ ਨਹੀਂ ਜਿਹੜਾ ਮੈਨੂੰ ਪਾਰ ਲਾ ਦੇਵੇ। ਕੌਣ ਜਾਣੇ ਬਿਦ ਮੇਰੀਆ। ਆਵਣੇ ਜਾਵਣੇ ਖਰੇ ਡਰਾਵਣੇ, ਟੋਟ ਨਾ ਆਵੇ ਫੇਰੀਆ। ਸਾਹਮਣੇ ਦਿਖ ਰਿਹਾ ਹੈ, ਕੋਈ ਮਰ ਰਿਹਾ ਹੈ, ਕੋਈ ਜੰਮ ਰਿਹਾ ਹੈ, ਆਵਣੇ ਜਾਵਣੇ ਹੋ ਰਹੇ ਆ, ਆਵਾਗੁਣ ਚੱਲ ਰਿਹਾ ਹੈ ਸੰਸਾਰ, ਜਨਮ ਮੌਤ ਹੋ ਰਹੀ ਆ, ਤੇ ਸਿਲਸਿਲਾ ਕਦੇ ਮੁੱਕ ਨਹੀਂ ਰਿਹਾ। ਤੇ ਉਹਨੂੰ ਪਤਾ ਹੈ ਜੇ ਮੈਂ ਵਿਛੜੀ ਰਹੀ ਤੇ ਮੇਰਾ ਵੀ ਇਹੀ ਹਾਲ ਹੋਣਾ ਹੈ। ਜ਼ਹਿਰ ਲੱਗ ਰਿਹਾ ਨੂੰ ਇਹ ਸਭ ਕੁਛ, ਜਦੋਂ ਤੱਕ ਗੁਰੂ ਦਾ ਹੱਥ ਨਾਲ ਨਹੀਂ ਹੈ। ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ, ਸਭ ਦੇਸ ਬੁਰਾਇਆ। ਉਹ ਫਿਰ ਆਪਣੇ ਆਪ ਨੂੰ ਸਮਝਾਉਂਦੀ ਹੈ, ਆਪਣੇ ਆਪ ਨੂੰ ਕਹਿੰਦੀ ਹੈ ਹਰ ਵੇਲੇ ਵੀ ਨਾਮ ਵਿਹੂਣੇ ਊਣੇ ਝੂਣੇ, ਨਾ ਗੁਰ ਸ਼ਬਦ ਸੁਣਾਇਆ। ਜਦੋਂ ਤੱਕ ਗੁਰੂ ਦਾ ਸ਼ਬਦ ਨਹੀਂ ਅੰਦਰ ਘਰ ਕੀਤਾ, ਉਦੋਂ ਤੱਕ ਕੁਛ ਵੀ ਪੱਲੇ ਨਹੀਂ ਆ। ਤੇ ਇਸ ਅਵਸਥਾ ਦੇ ਵਿੱਚ ਉਹਨੂੰ ਪੂਰਨ ਸਮਝ ਆ ਜਾਂਦੀ, ਪੂਰਨ। ਤੇ ਸੱਚ ਜਾਣਿਓ, ਇਹ ਅਵਸਥਾ ਗੁਰੂ ਸਾਹਿਬ ਜਾਣ ਕੇ ਦਿੰਦੇ ਆ, ਜਾਣ ਬੁੱਝ ਕੇ, ਇਹਦੀ ਤਾਂ ਹੋਰ ਵਧੇ, ਇਹਨੂੰ ਪਤਾ ਚੱਲੇ ਕਿ ਜੋ ਗੁਰੂ ਇਹਨੂੰ ਬਖਸ਼ਦਾ ਆ ਉਹ ਕਿੰਨਾ ਕੀਮਤੀ ਆ, ਉਹਦੇ ਵਰਗਾ ਹੋਰ ਕੁਛ ਨਹੀਂ। ਤੇ ਇਹ ਉਹਨੂੰ ਨਾ ਥੋੜਾ ਜਿਹਾ
ਥੋੜਾ ਜਿਹਾ ਪਾਸੇ ਹੋ ਕੇ ਸਮਝਾਉਣਾ ਪੈਂਦਾ ਉਹਨੂੰ। ਭਗਤ ਦਾ ਥਿੜਕਣਾ ਕਿਸੇ ਰੰਗ 'ਚ ਹੁੰਦਾ ਹੈ, ਕਿਸੇ ਰਮਜ਼ 'ਚ ਹੁੰਦਾ ਹੈ, ਤੇ ਫਿਰ ਜਦੋਂ ਉਹ ਜੁੜਦਾ ਹੈ ਨਾ, ਦੁਬਾਰਾ ਫਿਰ ਜੁੜਦਾ ਹੈ, ਉਦੋਂ ਫਿਰ ਜੋ ਰੰਗ ਬਚਦਾ ਹੈ ਉਹ ਪਿੱਛੇ ਕਦੀ ਵੀ ਨਹੀਂ ਹੋਇਆ ਹੁੰਦਾ ਹੈ ਉਸ ਢੰਗ ਦੇ ਨਾਲ। ਕਿਉਂਕਿ ਸਾਹਿਬ ਮੇਰਾ ਨੀਤ ਨਵਾਂ, ਗਾਂ ਤੋਂ ਗਾਂ ਉਹਨੂੰ ਸਮਝ ਆਉਂਦੀ ਜਾਂਦੀ ਕਿ ਮੇਰਾ ਗੁਰੂ ਹੋਰ ਕਿੰਨਾ ਵੱਡਾ ਹੈ, ਕਿੰਨਾ ਵਿਸ਼ਾਲ ਹੈ, ਕਿੰਨਾ ਪਿਆਰਾ ਆ। ਇਹ ਸਭ ਕੁਝ ਉਤਾਰ ਚੜਾਵ ਜਿਹੜੇ ਆ ਨਾ, ਉਹਨੂੰ ਹੋਰ ਅੱਗੇ ਲੈ ਜਾਂਦੇ, ਹੋਰ ਸਮਝ ਪਾ ਦਿੰਦੇ, ਹੋਰ ਐਸਾ ਗਿਆਨ ਬਖਸ਼ ਦਿੰਦੇ, ਅਨੁਭਵੀ ਗਿਆਨ। ਵਿਛੋੜੇ ਤੋਂ ਵੀ ਗਿਆਨ ਨਿਕਲਦਾ, ਪਰ ਰੂਹ ਅਭਿਆਸੀ ਹੋਵੇ, ਉਹਨੂੰ ਮੇਲਾ ਨਾ ਭਾਵੇ, ਤਾਂਗ 'ਚ ਬੈਠੇ, ਤੇ ਤਾਂਗ ਕਿਸੇ ਦੁਕਾਨ ਤੋਂ ਨਹੀਂ ਮਿਲਣੀ, ਉਹ ਸੰਗਤ 'ਚੋਂ ਹੀ ਮਿਲਣੀ ਆ। ਸੰਗਤ ਆਪਣੀ ਹਮੇਸ਼ਾ ਸੱਚ ਦੀ ਰੱਖੋ, ਕਿ ਕਿਤੇ ਡੋਲੀਏ ਤੇ ਕੱਢ ਲਵੇ। ਐਸੀ ਸੰਗਤ ਹੋਵੇ ਕਿ ਬਿਨਾਂ ਸੋਚਿਆਂ ਸਮਝਿਆਂ ਕੁਛ ਵੀ ਦੱਸ ਸਕੀਏ। ਜੇ ਗਲਤ ਰਾਹ ਆ ਤੇ ਦੱਸ ਦਈਏ ਕਿ ਮੇਰੇ ਤੋਂ ਇਹ ਨਹੀਂ ਹੋ ਰਿਹਾ। ਜੇ ਸਾਡੀ ਸੰਗਤ ਹੀ ਉਦਾਂ ਦੀ ਆ, ਦੱਸਣਾ ਤੇ ਕੀ, ਉਹ ਖੁਦ ਹੀ ਸਾਡੇ ਨਾਲ ਦੇ ਇਦਾਂ ਦੇ ਆ, ਸਾਡੇ ਵਰਗੇ ਆ, ਜਾਂ ਸਾਡੇ ਤੋਂ ਵੀ ਗਏ ਗੁਜ਼ਰੇ ਆ, ਤੇ ਉੱਥੇ ਫਾਇਦਾ ਨਹੀਂ। ਟੂਣ ਸੱਜਣ ਸੰਤ ਪੱਕਿਆਂ, ਠੀਕ ਆ, ਸੰਸਾਰੀ ਆ, ਸਭ ਦੇ ਨਾਲ ਮਿਲਣਾ ਵਰਤਣਾ ਪੈਂਦਾ ਆ, ਠੀਕ ਆ, ਕੋਈ ਗੱਲ ਨਹੀਂ। ਪਰ ਕੋਈ ਇੱਕ ਗੁਰੂ ਦਾ ਪਿਆਰਾ ਜ਼ਰੂਰ ਹੋਵੇ ਜਿਹਦੇ ਤੋਂ ਇਹ ਰੂਹ ਸਿੱਖਣ ਦੀ ਹਾਮੀ ਭਰੇ ਕਿ ਮੈਂ ਸਿੱਖਣਾ ਹੈ, ਜਿਹੜਾ ਬੁਰੇ ਵਕਤ ਕੱਢ ਲਵੇ। ਤੇ ਇਹ ਗੁਰਸਿੱਖ ਪਿਆਰੇ ਹੀ ਹੁੰਦੇ। ਉਹਦੇ ਹਿਰਦਾ ਹੀ ਇੰਨੀ ਤਾਂਗ 'ਚ ਆ ਵੀ ਉੱਥੇ ਕੁਛ ਹੈ ਹੀ ਨਹੀਂ ਹੋਰ। ਉੱਥੇ ਸ਼ਬਦ ਕੀ ਕਰਨਗੇ, ਸ਼ਬਦਾਂ ਦੀ ਤਾਕਤ ਮੁੱਕ ਜਾਂਦੀ ਉੱਥੇ। ਭਾਣੇ 'ਚ ਰਹੀਏ, ਜਪਦੇ ਰਹੀਏ, ਆਪਣੇ ਨੇਮ ਤੋਂ ਨਾ ਭਟਕੀਏ। ਵਾਹਿਗੁਰੂ ਵਾਹਿਗੁਰੂ ਕਰਦੇ ਰਹੀਏ। ਤੁਸੀਂ ਸਭ ਵੀ ਅਕਸਰ ਹੀ ਸੋਚਦੇ ਹੋਣੇ ਕਿ ਭਾਈ ਸਾਹਿਬ ਇੱਕੋ ਗੱਲ ਕਰਦੇ ਰਹਿੰਦੇ, ਵਾਹਿਗੁਰੂ ਜਪੋ, ਵਾਹਿਗੁਰੂ ਜਪੋ। ਮੈਂ ਵੀ ਕਦੀ ਕਦੀ ਨੋਟ ਕਰਦਾ ਹੁੰਦਾ ਕਿ ਇਹ ਜ਼ਿਆਦਾ ਹੀ ਕਿਹਾ ਜਾਂਦਾ, ਪਰ ਨਾ ਇਹ ਗੱਲ ਸੱਚੀ ਆ। ਵਾਹਿਗੁਰੂ ਸਿਮਰਨ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਆ, ਕੋਈ ਚਾਰਾ ਨਹੀਂ ਵਾਹਿਗੁਰੂ ਸਿਮਰਨ ਤੋਂ ਇਲਾਵਾ। ਬਾਣੀ ਤੇ ਸਿਮਰਨ, ਹੁਣ ਕਈ ਪਿਆਰੇ ਇੱਥੇ ਕਹਿਣਗੇ ਬਾਣੀ ਵੀ ਸਿਮਰਨ ਹੀ ਆ, ਸਭ ਕੁਝ ਸਿਮਰਨ ਹੀ ਆ ਪਿਆਰਿਓ। ਪਰ ਜੋ ਗੁਰੂ ਮੰਤਰ ਆ ਨਾ, ਜੋ ਵਾਹਿਗੁਰੂ ਸਿਮਰਨ ਆ, ਉਹਦੇ ਵਰਗੀ ਰੀਸ ਨਹੀਂ ਹੈਗੀ ਕਿਤੇ। ਇਹਨੇ ਤੁਹਾਨੂੰ ਚੱਲਦੇ ਫਿਰਦੇ ਕੰਮ ਕਰਦੇ ਹਰ ਪਾਸਿਓਂ ਇਹਨੇ ਤੁਹਾਨੂੰ ਬਚਾ ਲੈਣਾ, ਹਰ ਪਾਸਿਓਂ ਬਚਾ ਲੈਣਾ। ਬਾਣੀ ਹੋ ਸਕਦਾ ਤੁਸੀਂ ਕਿਸੇ ਨਿਸ਼ਚਿਤ ਵੇਲੇ ਪੜ੍ਹ ਸਕੋ, ਜਾਂ ਕੋਈ ਐਸਾ ਮਾਹੌਲ ਹੈ ਜਿੱਥੇ ਨਹੀਂ ਪੜ੍ਹੀ ਜਾ ਰਹੀ ਤੁਹਾਡੇ ਤੋਂ, ਪਰ ਸਿਮਰਨ ਜਿਹੜਾ ਹੈ ਨਾ, ਉਹ ਰੋਲੇ ਹੋਣ, ਸ਼ੋਰ ਹੋਵੇ, ਕੁਛ ਵੀ ਹੋਵੇ, ਸਿਮਰਨ ਨੇ ਤੁਹਾਨੂੰ ਹਰ ਪਾਸਿਓਂ ਬਚਾਉਣਾ। ਜ਼ੁਬਾਨ ਜਪਦੀ ਰਵੇ ਤੇ ਕੰਨ ਸੁਣਦੇ ਰਹਿਣ, ਮਾਇਆ ਤੁਹਾਡੇ ਲਾਗੇ ਨਹੀਂ ਆ ਸਕਦੀ। ਇਹ ਵਿਛੋੜੇ ਪੈਣੇ ਹੀ ਨਹੀਂ ਜੇ ਵਾਹਿਗੁਰੂ ਸਿਮਰਨ ਨਾ ਜ਼ੁਬਾਨ ਤੇ, ਇਹ ਵਿਛੋੜੇ ਪੈਣੇ ਹੀ ਨਹੀਂ। ਸੋ ਜਪਦੇ ਰਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।